ਵਿੱਚ ਕੱਲ੍ਹ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲਣਗੀਆਂ। ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਰੂਟਸ 'ਤੇ ਚੱਲਣਗੀਆਂ, ਕਿਵੇਂ-ਕਿਵੇਂ ਚੱਲਣਗੀਆਂ, ਕੀ-ਕੀ ਸਾਵਧਾਨੀਆਂ ਵਰਤੀਆਂ ਜਾਣਗੀਆਂ। ਪੂਰੀ ਵਿਸਤਾਰ ਸਹਿਤ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਹਾਨੂੰ ਬੱਸ ਕਿੱਥੋਂ ਮਿਲ ਸਕਦੀ ਆ, ਤੁਸੀਂ ਕਿਸ ਤਰ੍ਹਾਂ ਜਾ ਸਕਦੇ ਹੋ, ਕਿੰਨੀਆਂ ਸਵਾਰੀਆਂ ਬੱਸ ਦੇ ਵਿੱਚ ਬੈਠ ਸਕਦੀਆਂ ਨੇ, ਕਿਹੜੇ-ਕਿਹੜੇ ਰੂਟ ਸ਼ੁਰੂਆਤ ਦੇ ਵਿੱਚ ਚਲਾਏ ਜਾਣਗੇ, ਕਿੱਥੋਂ ਕਿੱਥੇ ਤੱਕ ਚਲਾਏ ਜਾਣਗੇ, ਬੱਸ ਅਤੇ ਕੰਡਕਟਰ ਅਤੇ ਡਰਾਈਵਰ ਨੂੰ ਕੀ ਕੁਝ ਕਰਨਾ ਪਵੇਗਾ, ਕੀ ਕਿਰਾਇਆ ਵਧੇਗਾ ਜਾਂ ਉਨੇ ਹੀ ਕਿਰਾਏ ਦੇ ਵਿੱਚ ਜਾ ਸਕੋਗੇ। ਸੋ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਭਲਕੇ ਯਾਨੀ ਕਿ 20 ਮਈ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੌੜਨਗੀਆਂ। ਤਕਰੀਬਨ ਸਾਰੇ ਮੁੱਖ ਬੱਸ ਸਟੈਂਡਸ ਦੇ ਉੱਤੋਂ ਰੂਟਸ ਚਲਾਏ ਜਾਣਗੇ। ਪਰ ਵੱਡੀ ਗੱਲ ਇਹ ਹੈ ਕਿ ਸਿਰਫ ਬੱਸ ਦੇ ਵਿੱਚ ਜੋ 50% ਆਕੂਪੈਂਸੀ ਦੇ ਨਾਲ ਮਤਲਬ 50% ਸਵਾਰੀਆਂ, ਜੇ ਪਹਿਲਾਂ 50 ਸਵਾਰੀਆਂ ਬੈਠਦੀਆਂ ਨੇ ਤਾਂ ਹੁਣ 25 ਸਵਾਰੀਆਂ ਦੇ ਨਾਲ ਹੀ ਬੱਸ ਚਲਾਈ ਜਾਵੇਗੀ। ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ। ਵੱਡੀ ਗੱਲ ਇਹ ਹੈ ਕਿ ਜਦੋਂ ਬੱਸ ਦੇ ਵਿੱਚ 25 ਸਵਾਰੀਆਂ ਪੂਰੀਆਂ ਹੋ ਜਾਣਗੀਆਂ ਉਹ ਤੋਂ ਬਾਅਦ ਹੀ ਬੱਸ ਚਲਾਈ ਜਾਵੇਗੀ। ਇਸ ਤਰ੍ਹਾਂ ਨਹੀਂ ਹੈਗਾ ਕਿ ਹਰ 5 ਮਿੰਟ ਬਾਅਦ ਜਾਂ ਹਰ 2 ਮਿੰਟ ਬਾਅਦ ਜਿਵੇਂ ਪਹਿਲਾਂ ਬੱਸਾਂ ਚੱਲਦੀਆਂ ਸਨ ਉਵੇਂ ਚੱਲਣਗੀਆਂ। ਹੁਣ ਇਸ ਤਰ੍ਹਾਂ ਨਹੀਂ ਹੋਏਗਾ। ਇਹ ਵੀ ਦੱਸ ਦਈਏ ਕਿ ਹੁਣ ਰਸਤੇ ਦੇ ਵਿੱਚੋਂ ਬੱਸ ਦੇ ਵਿੱਚ ਸਵਾਰੀ ਨਹੀਂ ਬੈਠੇਗੀ। ਇਹ ਨਹੀਂ ਹੈਗਾ ਕਿ ਜੇ ਬੱਸ ਲੁਧਿਆਣਾ ਤੋਂ ਮੋਗਾ ਜਾ ਰਹੀ ਹੈ ਤਾਂ ਰਸਤੇ ਦੇ ਵਿੱਚ ਕਿਤੇ ਵੀ ਸਵਾਰੀ ਖੜੀ ਹੈ ਤਾਂ ਬੱਸ ਦੇ ਵਿੱਚ ਬਿਠਾਈ ਜਾਵੇਗੀ। ਇਸ ਤਰ੍ਹਾਂ ਨਹੀਂ ਹੋਏਗਾ। ਰਸਤੇ ਦੀ ਸਵਾਰੀ ਬੱਸ ਨਹੀਂ ਚੁੱਕੇਗੀ। ਸਿਰਫ ਪ੍ਰਮੁੱਖ ਇੱਕ ਥਾਂ ਤੋਂ ਦੂਜੇ ਥਾਂ 'ਤੇ ਹੀ ਬੱਸ ਸਰਵਿਸ ਚੱਲੇਗੀ। ਮਤਲਬ ਜਦੋਂ 25 ਸਵਾਰੀਆਂ ਬੈਠ ਗਈਆਂ ਇੱਕ ਥਾਂ ਤੋਂ ਤਾਂ ਦੂਜੀ ਥਾਂ, ਜੇ ਲੁਧਿਆਣੇ ਤੋਂ ਮੋਗੇ ਦਾ ਰੂਟ ਹੈ ਤਾਂ ਲੁਧਿਆਣੇ ਤੋਂ ਬੈਠ ਕੇ ਮੋਗੇ ਹੀ ਉਤਰਿਆ ਜਾਊਗਾ। ਇਸ ਤਰ੍ਹਾਂ ਵੱਖ-ਵੱਖ ਰੂਟ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ। 25% ਸਵਾਰੀਆਂ ਬੈਠਣਗੀਆਂ। ਕਿਰਾਏ ਬਾਰੇ ਹਾਲੇ ਸਪਸ਼ਟ ਨਹੀਂ ਕੀਤਾ ਜਾ ਸਕਿਆ। ਕਿਰਾਇਆ ਹੋ ਸਕਦਾ ਸ਼ਾਮ ਤੱਕ ਸਪਸ਼ਟ ਕੀਤਾ ਜਾਵੇ ਕਿ ਉਹੀ ਕਿਰਾਏ ਦੇ ਵਿੱਚ ਲਿਜਾਇਆ ਜਾਵੇਗਾ। ਪਰ ਫਿਲਹਾਲ ਤੱਕ ਨਹੀਂ ਕਿਰਾਏ ਸੰਬੰਧੀ ਕੋਈ ਵੀ ਸਰਕਾਰ ਨੇ ਜਿਹੜਾ ਜੋ ਸਾਹਮਣੇ ਆਈ ਗੱਲ ਸਰਕਾਰ ਦੇ ਵੱਲੋਂ। ਤੁਹਾਨੂੰ ਦੱਸ ਵੀ ਦਿੰਦੇ ਹਾਂ ਕਿ ਜਿਹੜੇ ਨਿਰਧਾਰਤ ਰੂਟ ਨੇ, ਪਹਿਲਾਂ ਤਾਂ ਦੱਸਦੇ ਹਾਂ ਕਿ ਕਿਵੇਂ ਮਤਲਬ ਜਿਹੜਾ ਓਰੀਜੀਨੇਟਿੰਗ ਪੁਆਇੰਟ ਹੈ ਤੇ ਟਰਮੀਨੇਟਿੰਗ ਪੁਆਇੰਟ ਹੈ ਉੱਥੇ ਤੱਕ ਬੱਸ ਸਰਵਿਸ ਚੱਲੇਗੀ। ਜਿਵੇਂ ਮੈਂ ਦੱਸਿਆ ਕਿ ਜੇ ਜਲੰਧਰ ਤੋਂ ਚੰਡੀਗੜ੍ਹ ਤੱਕ ਜਾਣਾ ਹੈ ਤਾਂ ਰਸਤੇ ਦੀ ਸਵਾਰੀ ਨਹੀਂ ਹੋਏਗੀ। ਜਲੰਧਰ ਤੋਂ ਬੈਠੋਗੇ ਸਿੱਧਾ ਚੰਡੀਗੜ੍ਹ ਹੀ ਉਤਰੋਗੇ। ਇਸ ਤੋਂ ਬਿਨਾਂ ਜਿਹੜੇ ਬੱਸ ਤੇ ਰੂਟ ਤੋਂ ਜਾਣ ਤੋਂ ਪਹਿਲਾਂ ਸਾਰੀਆਂ ਸਵਾਰੀਆਂ ਦੀ ਮਤਲਬ ਬੱਸ ਸਟੈਂਡ 'ਤੇ ਜਾ ਕੇ ਹੀ ਟਿਕਟ ਮਿਲੇਗੀ। ਇਹ ਨਹੀਂ ਕਿ ਬੱਸ ਕੰਡਕਟਰ ਰਸਤੇ ਦੇ ਵਿੱਚ ਟਿਕਟਾਂ ਕੱਟੇਗਾ। ਬੱਸ ਦੇ ਵਿੱਚ ਇਹ ਨਹੀਂ ਹੋਏਗਾ। ਜਦੋਂ ਤੁਸੀਂ ਬੱਸ ਦੇ ਵਿੱਚ ਸਵਾਰ ਹੋਵੋਗੇ ਤਾਂ ਬੱਸ ਸਟੈਂਡ ਤੋਂ ਹੀ ਤੁਹਾਨੂੰ ਐਡਵਾਂਸ 'ਚ ਉੱਥੋਂ ਹੀ ਟਿਕਟ ਜਿਹੜੀ ਆ ਉਹ ਲੈਣੀ ਪਵੇਗੀ। ਰਸਤੇ ਦੇ ਵਿੱਚ ਜਿਵੇਂ ਦੱਸਿਆ ਕਿ ਕੋਈ ਸਵਾਰੀ ਨਹੀਂ ਚੜਾਈ ਜਾਵੇਗੀ ਅਤੇ ਪਹਿਲਾਂ ਤੋਂ ਹੀ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੀ ਐਡਵਾਂਸ ਬੁਕਿੰਗ ਏਜੰਟ ਵੱਲੋਂ ਜਾਂ ਕੰਡਕਟਰ ਬੱਸ ਸਟੈਂਡ ਦੇ ਵਿੱਚ ਹੀ ਟਿਕਟਾਂ ਕੱਟੀਆਂ ਜਾਣਗੀਆਂ। ਰਿਆਇਤੀ ਦਰਾਂ 'ਤੇ ਜਿਹੜੇ ਸਫ਼ਰ ਕਰਨ ਵਾਲੇ ਯਾਤਰੀ ਆ ਉਹਨਾਂ ਦਾ ਇੰਦਰਾਜ ਵੀ ਮੌਕੇ 'ਤੇ ਬੱਸ ਸਟੈਂਡ 'ਤੇ ਹੀ ਕੀਤਾ ਜਾਵੇਗਾ। ਅਤੇ ਸਫ਼ਰ ਦੇ ਦੌਰਾਨ ਕਿਸੇ ਵੀ ਹਾਲ ਦੇ ਵਿੱਚ ਬੱਸ ਵਿੱਚ ਬੈਠਣ ਦੀ ਸਮਰੱਥਾ ਅਨੁਸਾਰ 50% ਸੀਟਾਂ ਤੋਂ ਵੱਧ ਸਵਾਰੀ ਨਹੀਂ ਹੋਣੀ ਚਾਹੀਦੀ। ਇਹ ਬਾਕਾਇਦਾ ਤੌਰ 'ਤੇ ਕਿਹਾ ਗਿਆ ਹੈ ਕਿ 50% ਸਵਾਰੀਆਂ ਹੀ ਬੈਠਣਗੀਆਂ। ਯਾਤਰਾ ਦੌਰਾਨ ਚੜ੍ਹਨ ਸਮੇਂ, ਬੈਠਣ ਸਮੇਂ, ਬੱਸ ਤੋਂ ਉਤਰਨ ਸਮੇਂ 1 ਮੀਟਰ ਦੀ ਦੂਰੀ ਲਾਜ਼ਮੀ ਬਣਾਏ ਰੱਖਣਾ ਹੋਵੇਗਾ। ਮਾਸਕ ਪਹਿਨਣਾ ਬਹੁਤ ਜ਼ਰੂਰੀ ਹੋਵੇਗਾ ਅਤੇ ਜੇਕਰ ਕਿਸੇ ਕੋਲ ਮਾਸਕ ਨਹੀਂ ਹੋਇਆ ਤਾਂ ਉਸ ਨੂੰ ਬੱਸ ਸਟੈਂਡ ਤੋਂ ਮਾਸਕ ਉੱਥੇ ਪਏ ਹੋਣਗੇ ਉੱਥੋਂ ਖਰੀਦ ਕੇ ਮਾਸਕ ਪਹਿਲਾਂ ਪਹਿਨਿਆ ਜਾਵੇਗਾ, ਫਿਰ ਹੀ ਬੱਸ ਦੇ ਵਿੱਚ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਬਿਨਾਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਦੀ ਵੀ ਇਹ ਡਿਊਟੀ ਲਾਈ ਗਈ ਹੈ ਕਿ ਜਿੰਨੀਆਂ ਵੀ ਸਵਾਰੀਆਂ ਜਿਹੜੀਆਂ ਨੇ ਬੱਸ ਦੇ ਵਿੱਚ ਬੈਠਣਗੀਆਂ ਉਹ ਮਾਸਕ ਪਾਉਣਾ ਉਹਨਾਂ ਦੇ ਲਈ ਲਾਜ਼ਮੀ ਹੋਵੇਗਾ। ਸੋ ਸਮਾਜਿਕ ਦੂਰੀ ਜ਼ਰੂਰੀ ਹੈ, ਮਾਸਕ ਜ਼ਰੂਰੀ ਹੈ। ਇਸ ਤੋਂ ਬਿਨਾਂ ਜਦੋਂ ਬੱਸ ਸਟੈਂਡ ਤੋਂ ਸਵਾਰੀਆਂ ਚੜ੍ਹਨਗੀਆਂ ਤਾਂ ਉੱਥੇ ਜਿਹੜਾ ਅਸਥਾਈ ਚੱਕਰ ਜਿਹੜਾ ਲਾਇਆ ਹੁੰਦਾ ਚੌਰਸ ਜਾਂ ਗੋਲ ਮਤਲਬ ਡਿਸਟੈਂਸਿੰਗ ਲਈ ਕਿ ਸਪੈਸ਼ਲ ਨਿਸ਼ਾਨਦੇਹੀ ਕੀਤੀ ਜਾਊਗੀ ਕਿ ਕਿਹੜੀ ਸਵਾਰੀ ਕਿੱਥੇ ਖੜੀ ਹੋਵੇ। ਇਸ ਤੋਂ ਬਾਅਦ ਜੇ ਮੈਂ ਪਹਿਲਾਂ ਵੀ ਦੱਸਿਆ ਕਿ ਸਵਾਰੀ ਕੋਲ ਮਾਸਕ ਨਹੀਂ ਤਾਂ ਉਹ ਟਿਕਟ ਕਾਊਂਟਰ ਤੋਂ ਮਾਸਕ ਖਰੀਦ ਸਕਦਾ ਹੈ। ਇਸ ਲਈ ਸਵਾਰੀਆਂ ਲਈ ਮਾਸਕ ਦੀ ਸੁਵਿਧਾ ਟਿਕਟ ਕਾਊਂਟਰਾਂ 'ਤੇ ਉਪਲਬਧ ਕਰਵਾਈ ਜਾਵੇਗੀ। ਬੱਸ ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਬੱਸ ਨੂੰ ਸੈਨੀਟਾਈਜ਼ ਕਰਨਾ ਜ਼ਰੂਰੀ ਹੋਵੇਗਾ ਅਤੇ ਬੱਸਾਂ ਦੇ ਵਿੱਚ ਵੀ ਹੈਂਡ ਸੈਨੀਟਾਈਜ਼ਰ ਮੁਹੱਈਆ ਕਰਵਾਏ ਜਾਣਗੇ। ਸੋ ਪਹਿਲਾਂ ਬੱਸ ਵੀ ਸੈਨੀਟਾਈਜ਼ ਹੋਊਗੀ ਸਵਾਰੀਆਂ ਚੜ੍ਹਾਉਣ ਤੋਂ ਪਹਿਲਾਂ, ਫਿਰ ਹੱਥਾਂ ਨੂੰ ਸੈਨੀਟਾਈਜ਼ ਕਰਨ ਦੇ ਲਈ ਹੈਂਡ ਸੈਨੀਟਾਈਜ਼ਰ ਵੀ ਬੱਸ ਦੇ ਵਿੱਚ ਰੱਖੇ ਜਾਣਗੇ। ਬੱਸ 'ਤੇ ਜਿਹੜੇ ਡਿਊਟੀ ਦੌਰਾਨ ਡਰਾਈਵਰ ਨੇ, ਕੰਡਕਟਰ ਨੇ ਉਹ ਮਾਸਕ ਪਹਿਨਣਗੇ। ਦਸਤਾਨੇ ਦਾ ਇਸਤੇਮਾਲ ਉਹਨਾਂ ਲਈ ਲਾਜ਼ਮੀ ਹੋਵੇਗਾ ਅਤੇ ਇਹ ਵੀ ਜਿਹੜੀ ਹੈਗੀ ਹੈ ਕਿ ਯਾਤਰੀਆਂ ਅਤੇ ਜਿਹੜਾ ਬੱਸ ਡਰਾਈਵਰ ਦਾ ਕੈਬਿਨ ਹੈ ਉਹਦੇ ਵਿੱਚ ਪਲਾਸਟਿਕ ਦੀ ਸ਼ੀਟ ਹੋਵੇਗੀ, ਮਤਲਬ ਡਰਾਈਵਰ ਦੇ ਨਾਲ, ਜਾਂ ਸ਼ੀਸ਼ੇ ਦੀ, ਜਾਂ ਹਾਲ ਦੀ ਘੜੀ ਕੋਈ ਵੀ ਆਰਜ਼ੀ ਪਾਰਟੀਸ਼ਨ ਜਿਹੜਾ ਹੈ ਉਹ ਕੀਤਾ ਜਾਵੇਗਾ। ਮਤਲਬ ਡਰਾਈਵਰ ਨੂੰ ਵੀ ਬਚਾਉਣਾ ਹੈ ਕਿ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਲੱਗੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ PRTC ਦੀਆਂ ਬੱਸਾਂ ਜਦੋਂ ਸ਼੍ਰੀ ਹਜ਼ੂਰ ਸਾਹਿਬ ਗਈਆਂ ਤਾਂ ਉਹਦੇ ਵਿੱਚੋਂ ਬਹੁਤ ਸਾਰੇ ਡਰਾਈਵਰਾਂ ਨੂੰ ਵੀ ਕਰੋਨਾ ਪੋਜ਼ੀਟਿਵ ਰਿਪੋਰਟਸ ਆ ਗਈ ਸੀਗੀ। ਸੋ ਇਸ ਕਰਕੇ ਇਹ ਵੀ ਜ਼ਰੂਰੀ ਕੀਤਾ ਗਿਆ ਕਿ ਜਿਹੜਾ ਕੈਬਿਨ ਹੈ ਉਹ ਡਰਾਈਵਰ ਦਾ ਥੋੜ੍ਹਾ ਅੱਡ ਹੋਏਗਾ, ਚਾਹੇ ਆਰਜ਼ੀ ਤੌਰ 'ਤੇ ਕਿਸੇ ਤਰੀਕੇ ਉਹ ਕੀਤਾ ਜਾਵੇ।
ਜਿਹੜੀਆਂ ਹੁਣ ਸ਼ੁਰੂਆਤ ਦੇ ਵਿੱਚ ਬੱਸਾਂ ਦੀ ਗੱਲ ਹੈਗੀ ਹੈ ਕਿ ਪੁਆਇੰਟ ਟੂ ਪੁਆਇੰਟ ਬੱਸ ਸਰਵਿਸ ਚਲਾਉਣਾ ਲਾਜ਼ਮੀ ਕੀਤਾ ਗਿਆ ਹੈ। ਪੁਆਇੰਟ ਟੂ ਪੁਆਇੰਟ ਦਾ ਮਤਲਬ ਉਹੀ ਹੈ ਕਿ ਰਸਤੇ ਦੇ ਵਿੱਚ ਰਾਹ ਦੇ ਵਿੱਚ ਸਵਾਰੀ ਨਹੀਂ ਚੁੱਕੇਗੀ, ਰਾਹ ਦੇ ਵਿੱਚ ਬੱਸ ਨਹੀਂ ਰੁਕੇਗੀ। ਸੋ ਜਿਹੜੀ ਇਹ ਪ੍ਰਮੁੱਖ ਜਿਹੜੇ ਰੂਟ ਨੇ ਇਹ ਸਾਰੇ ਸ਼ੁਰੂ ਕਰ ਦਿੱਤੇ ਗਏ ਨੇ। ਪਟਿਆਲਾ ਡਿਪੂ ਦਾ, ਚੰਡੀਗੜ੍ਹ ਡਿਪੂ, ਸੰਗਰੂਰ ਡਿਪੂ, ਬਰਨਾਲਾ ਡਿਪੂ, ਬਠਿੰਡਾ, ਫਰੀਦਕੋਟ, ਬੁਢਲਾਡਾ, ਲੁਧਿਆਣਾ, ਕਪੂਰਥਲਾ, ਇਹ ਸਾਰੇ 9 ਦੇ 9 ਡਿਪੂਆਂ ਤੋਂ ਬੱਸਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਅਤੇ ਜਿਹੜੇ ਇਹ ਪ੍ਰਮੁੱਖ ਰੂਟ ਨੇ ਜਿਵੇਂ ਪਟਿਆਲਾ ਤੋਂ ਨਾਭਾ, ਨਾਭਾ ਤੋਂ ਮਲੇਰਕੋਟਲਾ, ਪਟਿਆਲਾ ਤੋਂ ਮਲੇਰਕੋਟਲਾ, ਪਟਿਆਲਾ ਤੋਂ ਸਮਾਣਾ, ਜਿਹੜੇ ਪ੍ਰਮੁੱਖ ਰੂਟ ਨੇ, ਸਮਾਣਾ ਤੋਂ ਪਾਤੜਾਂ, ਪਟਿਆਲਾ ਤੋਂ ਪਾਤੜਾਂ, ਇਸ ਤਰੀਕੇ ਦੇ ਨਾਲ ਮਤਲਬ ਜੇ ਖੰਨਾ ਤੋਂ ਨਾਭਾ ਜਾਂ ਇਸ ਤਰੀਕੇ ਦੇ ਨਾਲ ਰੂਟ ਜਿਹੜੇ ਜਿਵੇਂ ਚੰਡੀਗੜ੍ਹ ਤੋਂ ਪਟਿਆਲਾ, ਚੰਡੀਗੜ੍ਹ ਤੋਂ ਸੰਗਰੂਰ, ਚੰਡੀਗੜ੍ਹ ਤੋਂ ਬਠਿੰਡਾ, ਚੰਡੀਗੜ੍ਹ ਤੋਂ ਲੁਧਿਆਣਾ, ਇਹ ਰਸਤੇ ਦੀਆਂ ਸਵਾਰੀਆਂ ਦੇ ਵਿੱਚ ਨਹੀਂ ਹੋਣਗੀਆਂ। ਚੰਡੀਗੜ੍ਹ ਤੋਂ ਰੋਪੜ, ਚੰਡੀਗੜ੍ਹ ਤੋਂ ਰਾਜਪੁਰਾ, ਇਸ ਢੰਗ ਦੇ ਨਾਲ ਮਤਲਬ ਜੇ ਹੁਣ ਸਮਰਾਲੇ ਤੋਂ ਤੁਸੀਂ ਚੜ੍ਹਨਾ ਤਾਂ ਤੁਸੀਂ ਨਹੀਂ ਚੜ੍ਹ ਸਕੋਗੇ। ਇਹ ਜਿਹੜਾ ਪ੍ਰੋਪਰ ਰੂਟ ਹੈ ਜਾਂ ਤਾਂ ਲੁਧਿਆਣਿਓਂ ਚੜ੍ਹਨਾ ਪਊਗਾ ਜਾਂ ਚੰਡੀਗੜ੍ਹੋਂ ਚੜ੍ਹਨਾ ਪਊਗਾ। ਹਾਲੇ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਹੈ, ਜਿਵੇਂ ਜਿਵੇਂ ਅੱਗੇ ਜਿਵੇਂ ਜਿਵੇਂ ਸਰਕਾਰ ਹਦਾਇਤਾਂ ਦੇਵੇਗੀ। ਹਾਲਾਂਕਿ ਇਹ ਦਿੱਕਤ ਜ਼ਰੂਰ ਹੈ ਕਿਉਂਕਿ ਹੁਣ ਜੇਕਰ ਦੇਖਿਆ ਜਾਵੇ ਤਾਂ 100 ਕਿਲੋਮੀਟਰ ਲੁਧਿਆਣਾ ਅਤੇ ਚੰਡੀਗੜ੍ਹ ਦਾ ਫਾਸਲਾ ਆਪਸ ਦੇ ਵਿੱਚ, ਅਤੇ ਰਸਤੇ ਦੇ ਵਿੱਚ ਬਹੁਤ ਸਾਰੇ ਸ਼ਹਿਰ ਆਉਂਦੇ ਨੇ। ਜਦੋਂ ਤੁਸੀਂ ਇੱਥੋਂ ਤੁਰਦੇ ਹੋ ਤਾਂ ਛੋਟੇ ਜਿਹੜੇ ਕਟਾਣੀ ਤੋਂ ਲੈ ਕੇ, ਸਮਰਾਲੇ ਤੋਂ ਲੈ ਕੇ, ਨੀਲੋਂ ਤੋਂ ਲੈ ਕੇ ਅੱਗੇ ਖਮਾਣੋਂ, ਮੋਰਿੰਡਾ, ਖਰੜ, ਬਹੁਤ ਸਾਰੇ ਜਿਹੜੇ ਸ਼ਹਿਰ ਨੇ ਉਹ ਆਉਂਦੇ ਨੇ, ਪਰ ਉੱਥੋਂ ਸਵਾਰੀਆਂ ਦੀ ਹਾਲੇ ਗੱਲ ਸਰਕਾਰ ਨਹੀਂ ਕਰ ਰਹੀ ਹੈਗੀ। ਹਾਲੇ ਸਿਰਫ ਪ੍ਰਮੁੱਖ ਰੂਟ ਚੱਲਣਗੇ, ਜਿਸ ਤਰ੍ਹਾਂ ਬਰਨਾਲਾ ਤੋਂ ਚੰਡੀਗੜ੍ਹ, ਬਰਨਾਲਾ ਤੋਂ ਪਟਿਆਲਾ, ਇਸ ਤਰ੍ਹਾਂ ਪ੍ਰਮੁੱਖ ਜਿਹੜੇ ਆਪਸ ਦੇ ਵਿੱਚ ਜੋੜਦੇ ਨੇ, ਚਾਹੇ ਉਹ ਫਰੀਦਕੋਟ ਤੋਂ ਮੋਗਾ ਹੋਵੇ, ਫਰੀਦਕੋਟ ਤੋਂ ਫਿਰੋਜ਼ਪੁਰ ਹੋਵੇ, ਫਰੀਦਕੋਟ ਤੋਂ ਬਠਿੰਡਾ ਹੋਵੇ, ਇਸ ਤਰ੍ਹਾਂ ਦੇ ਜਿਹੜੇ ਰੂਟ ਨੇ ਉਹ ਚੱਲਣਗੇ ਸ਼ੁਰੂਆਤ ਦੇ ਵਿੱਚ। ਲੁਧਿਆਣਾ ਤੋਂ ਜਿਵੇਂ ਸੰਗਰੂਰ ਹੈ, ਲੁਧਿਆਣਾ ਤੋਂ ਮਲੇਰਕੋਟਲਾ ਹੈ, ਲੁਧਿਆਣਾ ਤੋਂ ਅੰਮ੍ਰਿਤਸਰ ਹੈ, ਲੁਧਿਆਣਾ ਤੋਂ ਚੰਡੀਗੜ੍ਹ ਹੈ, ਇਸ ਤਰ੍ਹਾਂ ਰੂਟ ਜਿਹੜੇ ਨੇ ਉਹ ਚੱਲਣਗੇ। ਸੋ ਇਹ ਤੁਹਾਡੇ ਤੱਕ ਜਾਣਕਾਰੀ ਜਿਹੜਾ ਮੁਹੱਈਆ ਕਰਵਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਕਾਫੀ ਸਮੇਂ ਤੋਂ ਇਹ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਜਿਹੜੀ ਪਬਲਿਕ ਟਰਾਂਸਪੋਰਟ ਦੇ ਨਾਲ ਨਾਲ ਬੱਸ ਸਰਵਿਸ ਜਿਹੜੀ ਆ ਉਹ ਚੱਲੇ, ਤਾਂ ਜੋ ਲੋਕ ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰ ਸਕਣ, ਇੱਕ ਥਾਂ ਤੋਂ ਦੂਜੀ ਥਾਂ ਜਾ ਸਕਣ। ਕਿਉਂਕਿ ਇੰਤਜ਼ਾਰ ਉਹਨਾਂ ਦਾ, ਬਹੁਤ ਸਾਰੇ ਲੋਕ ਆਪਣੇ ਕੰਮਾਂ ਕਾਰਾਂ 'ਤੇ ਜਾਂਦੇ ਨੇ, ਇਸ ਕਰਕੇ ਨਹੀਂ ਜਾ ਪਾ ਰਹੇ ਕਿ ਉਹਨਾਂ ਕੋਲ ਆਪਣਾ ਕੋਈ ਸਾਧਨ ਨਹੀਂ ਹੈਗਾ, ਜਾਂ ਇਸ ਕਰਕੇ ਨਹੀਂ ਜਾ ਪਾ ਰਹੇ ਕਿ ਬੱਸ ਸਰਵਿਸ ਜਿਹੜੀ ਹੈ ਉਹ ਸ਼ੁਰੂ ਨਹੀਂ ਸੀ ਹੋਈ ਹੈਗੀ। ਅਤੇ ਹੁਣ ਬੱਸ ਸਰਵਿਸ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਹੈ। ਭਲਕੇ ਤੋਂ ਤੁਸੀਂ ਬੱਸ ਲੈ ਸਕਦੇ ਹੋ, ਇੱਕ ਥਾਂ ਤੋਂ ਦੂਜੀ ਥਾਂ ਜੇਕਰ ਤੁਸੀਂ ਮੰਜ਼ਿਲ 'ਤੇ ਜਾਣਾ ਹੈ ਤਾਂ ਤੁਸੀਂ ਜਾ ਸਕਦੇ ਹੋ, ਪਰ ਖਾਸ ਹਦਾਇਤਾਂ ਜਿਹੜੀਆਂ ਨੇ ਉਹਨਾਂ ਦਾ ਤੁਹਾਨੂੰ ਪਾਲਣ ਕਰਨਾ ਹੋਏਗਾ। ਤੁਹਾਨੂੰ ਹੈਂਡ ਸੈਨੀਟਾਈਜ਼, ਜਿਹੜੇ ਹੱਥ ਆਪਣੇ ਸੈਨੀਟਾਈਜ਼ ਕਰਨੇ ਹੋਣਗੇ। ਬੱਸਾਂ ਦੇ ਵਿੱਚ ਵੀ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਮਾਸਕ ਪਹਿਨਣਾ ਜ਼ਰੂਰੀ ਹੋਏਗਾ, ਮਾਸਕ ਬਹੁਤ ਜ਼ਰੂਰੀ ਹੈ। ਬੱਸ ਦੇ ਡਰਾਈਵਰ ਦੇ, ਕੰਡਕਟਰ ਦੇ ਵੀ ਜ਼ਰੂਰੀ ਹੈ। ਮਾਸਕ ਦੇ ਨਾਲ ਨਾਲ ਗਲਵਜ਼ ਵੀ ਜ਼ਰੂਰੀ ਨੇ। ਬੱਸ ਨੂੰ ਸੈਨੀਟਾਈਜ਼ ਕਰਨਾ ਵੀ ਜ਼ਰੂਰੀ ਹੈ। ਸੋ ਰਸਤੇ ਦੇ ਵਿੱਚ ਜਿਹੜੀਆਂ ਲੋਕ ਵੀ ਸਵਾਲ ਕਰ ਰਹੇ ਨੇ ਕਿ ਰਸਤੇ ਦੇ ਵਾਲੇ ਕਿੱਧਰ ਜਾਣਗੇ। ਹਾਂ, ਵਾਕਈ ਇਹ ਸਵਾਲ ਹੈਗਾ ਹੈ ਕਿ ਜਿਹੜੇ ਰਾਹ ਦੇ ਵਿੱਚ ਸਵਾਰੀਆਂ ਨੇ, ਜੇ ਹੁਣ ਜਗਰਾਓਂ ਤੋਂ ਕਿਸੇ ਨੇ ਮੋਗੇ ਜਾਣਾ ਹੈ ਤਾਂ ਉਹ ਲੁਧਿਆਣੇ ਥੋੜ੍ਹਾ ਆਏਗਾ, ਪਹਿਲਾਂ ਲੁਧਿਆਣੇ ਆਵੇ ਫਿਰ ਮੋਗੇ ਜਾਵੇ, ਇਸ ਤਰ੍ਹਾਂ ਸੰਭਵ ਨਹੀਂ ਹੈਗਾ। ਪਰ ਫਿਲਹਾਲ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹ ਇਸੇ ਤਰ੍ਹਾਂ ਨੇ ਕਿ ਹਾਲੇ ਰਸਤੇ ਦੇ ਵਿੱਚ ਸਵਾਰੀ ਨਹੀਂ ਬਿਠਾਈ ਜਾਏਗੀ ਕਿਉਂਕਿ ਸੁਰੱਖਿਆ ਦਾ ਮਾਮਲਾ ਹੈਗਾ ਇਹ। ਕਿਉਂਕਿ ਜੇ 25 ਸਵਾਰੀਆਂ ਤੁਸੀਂ ਉੱਥੋਂ ਹੀ ਭਰ ਕੇ ਚੱਲੋਗੇ ਜਾਂ 30 ਸਵਾਰੀਆਂ ਉੱਥੋਂ ਹੀ ਭਰ ਕੇ ਚੱਲੋਗੇ ਤਾਂ ਉਸ ਤੋਂ ਬਾਅਦ ਰਸਤੇ ਦੇ ਵਿੱਚ ਸਵਾਰੀ ਹੋਰ ਨਹੀਂ ਬਿਠਾਈ ਜਾ ਸਕਦੀ ਹੈਗੀ। ਸੋ ਇਸ ਕਰਕੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹੁਣ ਤੱਕ ਦੀ ਜਾਣਕਾਰੀ ਇਹੀ ਹੈਗੀ ਹੈ ਕਿ ਪ੍ਰਮੁੱਖ ਰੂਟ ਜਿਹੜੇ ਤੁਹਾਨੂੰ ਅਸੀਂ ਤੁਹਾਡੇ ਸਕਰੀਨ 'ਤੇ ਤੁਸੀਂ ਦੇਖ ਵੀ ਰਹੇ ਹੋ, ਕਿਹੜੇ ਰੂਟ ਜਿਹੜੇ ਨੇ ਉਹ ਚੱਲਣੇ ਨੇ, ਕਿਸ ਕਿਸ ਥਾਂ ਤੋਂ ਤੁਸੀਂ ਜਾ ਸਕਦੇ ਹੋ, ਕਿਸ ਕਿਸ ਥਾਂ ਤੋਂ ਤੁਸੀਂ ਆ ਸਕਦੇ ਹੋ, ਇਹ ਭਲਕੇ ਤੋਂ ਸ਼ੁਰੂਆਤ ਹੋ ਜਾਣੀ ਹੈ। ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਸਵਾਰੀਆਂ 'ਤੇ ਡਿਪੈਂਡ ਹੈਗਾ ਕਿ ਕਿੰਨੀਆਂ ਕੁ ਸਵਾਰੀਆਂ ਸਵੇਰੇ ਆਉਣ ਜਾਣ ਲਈ ਨਿਕਲਦੀਆਂ ਨੇ। ਕਿਉਂਕਿ ਪਹਿਲਾਂ ਟਾਈਮਿੰਗ ਹੁੰਦੀ ਸੀਗੀ ਕਿ ਟਾਈਮ ਟੇਬਲ ਹੈ ਕਿ ਇੱਕ ਬੱਸ ਸਵੇਰੇ 8 ਵਜੇ ਚੱਲੇਗੀ ਤਾਂ ਉਹ ਤੋਂ ਬਾਅਦ 8:15 ਵਜੇ, ਉਹ ਤੋਂ ਬਾਅਦ 8:30, ਇਸ ਤਰ੍ਹਾਂ ਪਲੈਨਿੰਗ ਹੁੰਦੀ ਸੀਗੀ। ਪਰ ਹੁਣ ਉਸ ਤਰ੍ਹਾਂ ਨਹੀਂ ਹੈਗਾ। ਜੋ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੀ ਆ, ਜਿਹੜੇ ਡਾਇਰੈਕਟਰ ਨੇ PRTC ਸਟੇਟ ਜਿਹੜੇ ਟਰਾਂਸਪੋਰਟ ਪੰਜਾਬ ਦੇ, ਉਹਨਾਂ ਦੇ ਵੱਲੋਂ ਭੁਪਿੰਦਰ ਸਿੰਘ ਰਾਏ ਦੇ ਵੱਲੋਂ ਜੋ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਾਂ ਸਾਨੂੰ ਜੋ ਹੁਣ ਤੱਕ ਜਾਣਕਾਰੀਆਂ ਮਿਲ ਰਹੀਆਂ ਨੇ, ਜਾਂ ਜੋ ਨੋਟੀਫਿਕੇਸ਼ਨ ਜਿਹੜਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ, ਉਸ ਦੇ ਮੁਤਾਬਕ ਇਹੀ ਹੈਗਾ ਇਹ ਕਿ ਇੱਕ ਥਾਂ ਤੋਂ ਦੂਜੀ ਥਾਂ ਬੱਸਾਂ ਜਾਣਗੀਆਂ, ਪੁਆਇੰਟ ਟੂ ਪੁਆਇੰਟ ਚੱਲਣਗੀਆਂ ਅਤੇ ਰਸਤੇ ਦੇ ਵਿੱਚ ਸਵਾਰੀ ਨਹੀਂ ਚੁੱਕਣੀ ਹੈਗੀ। ਅਤੇ ਇਹ ਵੀ ਗੱਲ ਹੈਗੀ ਹੈ ਕਿ ਪਹਿਲਾਂ ਹੀ ਟਿਕਟ ਕਟਾਉਣੀ ਪਵੇਗੀ। ਅਤੇ ਦੂਜੀ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਜਦੋਂ ਬੱਸ ਦੇ ਵਿੱਚ 25 ਤੋਂ 30 ਸਵਾਰੀਆਂ ਪੂਰੀਆਂ ਹੋਣਗੀਆਂ, ਇਹ ਨਹੀਂ ਕਿ ਜੇ 8:15 ਦਾ ਟਾਈਮ ਹੈ ਤਾਂ 8:15 ਬੱਸ ਚੱਲ ਪਏਗੀ, ਇਸ ਤਰ੍ਹਾਂ ਨਹੀਂ ਹੈਗਾ। ਹੁਣ ਜਦੋਂ ਤੱਕ ਬੱਸ ਦੇ ਵਿੱਚ 30 ਸਵਾਰੀਆਂ ਪੂਰੀਆਂ ਨਹੀਂ ਹੋ ਜਾਂਦੀਆਂ, 50% ਆਕੂਪੈਂਸੀ ਨਹੀਂ ਹੋ ਜਾਂਦੀ, ਉਦੋਂ ਤੱਕ ਬੱਸ ਨਹੀਂ ਚੱਲੇਗੀ। ਮਤਲਬ ਤੁਹਾਨੂੰ ਜੇਕਰ ਤੁਹਾਡੇ ਦਫ਼ਤਰ ਦਾ ਸਮਾਂ 9 ਵਜੇ ਹੈ, ਜੇ ਤੁਸੀਂ ਪਹੁੰਚਣਾ ਹੈ ਤਾਂ ਇਹ ਨਹੀਂ ਹੈਗਾ ਕਿ ਤੁਹਾਡੀ ਜਿਹੜੀ 7 ਵਜੇ ਵਾਲੀ ਬੱਸ ਹੈ ਜਾਂ 8 ਵਜੇ ਵਾਲੀ ਬੱਸ ਹੈ ਜਿਹੜੀ ਤੁਸੀਂ ਚੜ੍ਹਦੇ ਸੀਗੇ ਉਹ ਤੁਹਾਨੂੰ ਪ੍ਰੋਪਰ ਉਸ ਤਰ੍ਹਾਂ ਪਹੁੰਚਾਊਗੀ ਕਿ 8 ਵਜੇ ਚੱਲਣੀ ਉਹ ਚੱਲਣੀ ਆ, ਉਸ ਤਰ੍ਹਾਂ ਨਹੀਂ ਹੈਗਾ। ਹਾਲੇ ਉਹ ਜਦੋਂ ਤੱਕ 30% ਸਵਾਰੀਆਂ ਜਿਹੜੀਆਂ ਪੂਰੀਆਂ ਨਹੀਂ ਭਰ ਜਾਂਦੀਆਂ ਹੈਗੀਆਂ ਉਦੋਂ ਤੱਕ ਬੱਸ ਨਹੀਂ ਚੱਲੇਗੀ, ਉਹ ਤੋਂ ਬਾਅਦ ਹੀ ਬੱਸ ਚੱਲੇਗੀ। ਕਿਉਂਕਿ ਇਹ ਸ਼ੁਰੂਆਤ ਵਾਲੀ ਗੱਲ ਹੈ। ਬਹੁਤ ਸਾਰੇ ਲੋਕ ਇਹ ਪੁੱਛ ਰਹੇ ਨੇ ਕਿ ਪਿੰਡਾਂ ਵਾਲੀਆਂ ਬੱਸਾਂ ਚੱਲਣਗੀਆਂ।
ਹਾਲੇ ਪਿੰਡਾਂ ਵਾਲੀਆਂ ਬੱਸਾਂ ਨਹੀਂ ਚੱਲ ਰਹੀਆਂ, ਹਾਲੇ ਪ੍ਰਮੁੱਖ ਰੂਟ ਚਲਾਏ ਜਾ ਰਹੇ ਨੇ, ਜਿਹੜੇ ਮੁੱਖ ਸ਼ਹਿਰ ਨੇ ਆਪਸ ਦੇ ਵਿੱਚ ਉਹਨਾਂ ਨੂੰ ਜੋੜਿਆ ਜਾ ਰਿਹਾ ਹੈ। ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਅਗਲੀਆਂ ਗਾਈਡਲਾਈਨਸ ਜਾਰੀ ਹੋਣਗੀਆਂ, ਜਿਵੇਂ ਲੋਕਾਂ ਦੀ ਰਿਕੁਆਇਰਮੈਂਟ ਸਾਹਮਣੇ ਆਏਗੀ, ਉਵੇਂ ਜਿਹੜਾ ਸਰਕਾਰ ਹੈ ਉਹ ਅੱਗੇ ਕਦਮ ਚੁੱਕੇਗੀ। ਪਰ ਫਿਲਹਾਲ ਕਿਉਂਕਿ ਸ਼ੁਰੂਆਤ ਹੈ, ਅਤੇ ਇਹ ਵੀ ਵੱਡੀ ਗੱਲ ਹੈਗੀ ਹੈ ਕਿ 25% ਜਾਂ 50% ਸਵਾਰੀਆਂ ਦੇ ਨਾਲ ਜਿਹੜੇ ਖਰਚੇ ਨੇ ਉਹ ਬੱਸਾਂ ਦੇ ਪੂਰੇ ਨਹੀਂ ਹੋ ਸਕਦੇ। ਡੀਜ਼ਲ ਦੇ ਰੇਟ ਨੇ ਉਹ ਬਹੁਤ ਜ਼ਿਆਦਾ ਨੇ, ਜਾਂ ਹੋਰ ਬਹੁਤ ਸਾਰੇ ਖਰਚੇ ਨੇ ਉਹ ਜਿਹੜੇ ਉਹ ਪੂਰੇ ਨਹੀਂ ਹੋ ਸਕਦੇ ਹੈਗੇ। ਅਤੇ ਇਸ ਕਰਕੇ ਸ਼ੁਰੂਆਤ ਦੇ ਵਿੱਚ ਹਾਲੇ ਜਿਹੜੀ ਇਹ ਬੱਸ ਸਰਵਿਸ ਹੈ, ਇਹ ਸੀਮਤ ਬੱਸ ਸਰਵਿਸ ਇਹਨੂੰ ਕਿਹਾ ਜਾ ਸਕਦਾ ਹੈ ਕਿ ਇਹ ਸ਼ੁਰੂ ਕੀਤੀ ਗਈ ਹੈ, ਅਤੇ ਇਹ ਪ੍ਰਮੁੱਖ ਰੂਟਾਂ 'ਤੇ ਹੈਗੀ ਹੈ। ਮਤਲਬ ਜਿਵੇਂ ਜਲੰਧਰ ਤੋਂ ਅੰਮ੍ਰਿਤਸਰ ਚੱਲੇਗੀ, ਜਾਂ ਜਲੰਧਰ ਤੋਂ ਲੁਧਿਆਣਾ, ਜਾਂ ਲੁਧਿਆਣਾ ਤੋਂ ਚੰਡੀਗੜ੍ਹ, ਜਾਂ ਬਠਿੰਡਾ ਤੋਂ, ਇਸ ਤਰ੍ਹਾਂ ਦੇ ਰੂਟ ਜਿਹੜੇ ਤੁਹਾਨੂੰ ਦੱਸ ਰਹੇ ਹਾਂ ਅਸੀਂ, ਇਹ ਜਿਹੜੇ ਨੇ ਇਹ ਚੱਲਣਗੇ। ਸੋ ਇਹ ਵੱਖ-ਵੱਖ ਜਿਹੜੇ ਇਹ ਬੱਸ ਸਰਵਿਸ ਹੈ, ਸਰਕਾਰੀ ਬੱਸ ਸਰਵਿਸ ਹਾਲੇ ਸ਼ੁਰੂ ਹੋਈ ਹੈ। ਹਾਲੇ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਨੇ ਉਹ ਹਾਲੇ ਚਲਾਉਣਗੇ ਨਹੀਂ ਚਲਾਉਣਗੇ, ਉਹਦੇ ਬਾਰੇ ਹਾਲੇ ਕਲੈਰਿਟੀ ਨਹੀਂ ਆਈ ਹੈਗੀ। ਇਹ ਸਰਕਾਰ ਦੀਆਂ ਬੱਸਾਂ ਜਿਹੜੀਆਂ ਪੰਜਾਬ ਰੋਡਵੇਜ਼, ਪਨ ਬੱਸ, ਉਹਨਾਂ ਦੀਆਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਇਹ ਬੱਸਾਂ ਸਰਕਾਰ ਦੀਆਂ ਚੱਲਣਗੀਆਂ ਹਾਲੇ, ਕਿਉਂਕਿ ਹਾਲੇ ਸਿਰਫ ਜ਼ਰੂਰੀ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਬੱਸ ਸਰਵਿਸ ਵੀ ਆ ਜਾਂਦੀ। ਤੁਹਾਡੇ ਯਾਦ ਹੋਣਾ ਕਿ ਜਦੋਂ ਤੋਂ ਜਿਹੜਾ ਜਨਤਾ ਕਰਫਿਊ ਲੱਗਿਆ, ਜਾਂ ਫਿਰ ਕਰਫਿਊ ਲੱਗਿਆ, ਫਿਰ ਲੋਕਡਾਊਨ ਹੋਇਆ, ਉਦੋਂ ਤੋਂ ਬੱਸ ਸਰਵਿਸ ਜਿਹੜੀ ਪੂਰੀ ਤਰ੍ਹਾਂ ਬੰਦ ਸੀਗੀ। ਲੋਕ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਸੀ ਜਾ ਸਕਦੇ। ਹੁਣ ਜਦੋਂ ਲੋਕਡਾਊਨ 4 ਆਇਆ ਇਹ, ਤਾਂ ਲੋਕ ਆਪੋ ਆਪਣੇ ਸਾਧਨਾਂ ਰਾਹੀਂ ਜਾ ਸਕਦੇ ਨੇ, ਪਰ ਹਰ ਇੱਕ ਕੋਲ ਆਪਣੇ ਸਾਧਨ ਨਹੀਂ ਹੁੰਦੇ ਹੈਗੇ। ਬਹੁਤ ਸਾਰੇ ਲੋਕ ਸਾਡੇ ਕੋਲ ਸਵਾਲ ਪੁੱਛਦੇ ਸੀਗੇ ਕਿ ਕੋਈ PGI ਜਾਣਾ ਚਾਹੁੰਦਾ ਹੈ, ਕੋਈ ਹਸਪੀਟਲ ਜਾਣਾ ਚਾਹੁੰਦਾ ਹੈ, ਕੋਈ ਸ਼੍ਰੀ ਦਰਬਾਰ ਸਾਹਿਬ ਜਾਣਾ ਚਾਹੁੰਦਾ ਹੈ, ਕੋਈ ਸ਼ਾਇਦ ਆਪਣੇ ਕੋਈ ਪਰਿਵਾਰਕ ਮੈਂਬਰ ਹੈ ਜਿਹੜਾ ਉਹ ਕਿਤੇ ਫਸਿਆ ਹੋਇਆ। ਸਾਡੇ ਵੀ ਦਫ਼ਤਰ ਦੇ ਮੁਲਾਜ਼ਮ ਕਹਿ ਰਹੇ ਸੀਗੇ ਕਿ ਉਹ ਵੀ ਆਪੋ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ, ਕਿ ਉਹ ਕਿਵੇਂ ਆਉਣ, ਸਾਧਨ ਉਹਨਾਂ ਕੋਲ ਨਹੀਂ ਬਣ ਰਹੇ। 200 ਕਿਲੋਮੀਟਰ ਦੂਰ ਤੋਂ ਕਈ ਵਾਰੀ ਆਉਣਾ ਹੁੰਦਾ ਤਾਂ ਦਿੱਕਤ ਆਉਂਦੀ ਹੈ। ਸੋ ਇਸ ਕਰਕੇ ਹੁਣ ਪ੍ਰਮੁੱਖ ਰੂਟਾਂ 'ਤੇ ਜਿਹੜੀਆਂ ਬੱਸਾਂ ਨੇ ਉਹ ਚਲਾ ਦਿੱਤੀਆਂ ਗਈਆਂ ਨੇ। ਭਲਕੇ ਤੋਂ ਤੁਸੀਂ ਬੱਸ ਦੇ ਵਿੱਚ ਸਫ਼ਰ ਕਰ ਸਕਦੇ ਹੋ, ਪਰ ਸਾਵਧਾਨੀ ਤੁਸੀਂ ਆਪ ਵਰਤਣੀ ਹੈ, ਕਿਉਂਕਿ ਇੱਕ ਸੀਟ 'ਤੇ ਇੱਕੋ ਹੀ ਸਵਾਰੀ ਬੈਠਣੀ ਚਾਹੀਦੀ ਹੈ। ਜੇਕਰ ਦੂਜਾ ਵਿਅਕਤੀ ਬੈਠਦਾ ਹੈ ਤਾਂ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਹੋ ਜਾਵੇਗੀ। ਇਸ ਕਰਕੇ ਜਿਹੜੀ ਡਬਲ ਵਾਲੀ ਸੀਟ ਹੈ ਉਹ 'ਤੇ ਇੱਕ ਸਵਾਰੀ, ਜਿਹੜੀ ਟ੍ਰਿਪਲ ਵਾਲੀ ਸੀਟ ਹੈ ਉਹਦੇ 'ਤੇ ਵੀ ਇੱਕ ਸਵਾਰੀ। 30 ਸਵਾਰੀਆਂ ਕਿਹਾ ਜਾ ਰਿਹਾ ਸਰਕਾਰ ਦੇ ਵੱਲੋਂ, ਕਿ 30 ਸਵਾਰੀਆਂ ਜਿਹੜੀਆਂ ਨੇ। ਹੇਠਾਂ ਲੋਕ ਪੁੱਛ ਰਹੇ ਨੇ ਕਿ ਦਿੱਲੀ ਤੋਂ ਅੰਮ੍ਰਿਤਸਰੋਂ ਬੱਸ ਚੱਲੇਗੀ, ਦਿੱਲੀ ਤੋਂ ਅੰਮ੍ਰਿਤਸਰ ਦੀ। ਹਾਲੇ ਜਿਹੜੀ ਸਟੇਟ ਟੂ ਸਟੇਟ ਹੈ ਇਹ ਹਾਲੇ ਸ਼ੁਰੂਆਤ ਨਹੀਂ ਹੋਈ ਹੈਗੀ। ਪੰਜਾਬ ਦੇ ਵਿੱਚ ਹਾਲੇ ਪੰਜਾਬ ਦੇ ਜਿਹੜੇ ਅੰਦਰ ਬੱਸਾਂ ਨੇ ਸਿਰਫ ਉਹ ਚੱਲਣੀਆਂ ਨੇ। ਹਾਲੇ ਜਿਹੜੀ ਦੂਸਰੀਆਂ ਸਟੇਟਸ ਨੂੰ, ਪੰਜਾਬ ਤੋਂ ਹਿਮਾਚਲ ਨੂੰ ਸਰਵਿਸ ਜਾਂਦੀ ਹੈ, ਪੰਜਾਬ ਤੋਂ ਹਰਿਆਣਾ ਨੂੰ, ਪੰਜਾਬ ਤੋਂ ਜਾਂ ਦਿੱਲੀ ਨੂੰ ਬੱਸ ਸਰਵਿਸ ਆ, ਉਹ ਹਾਲੇ ਸ਼ੁਰੂਆਤ ਨਹੀਂ ਹੋਈ ਹੈਗੀ। ਸੋ ਇਹ ਮੋਗਾ ਤੋਂ ਫਿਰੋਜ਼ਪੁਰ ਡਿਪੂ ਦਾ ਵੀ ਸ਼ੁਰੂਆਤ ਹੋ ਗਈ ਹੈ, ਹੇਠਾਂ ਲੋਕ ਪੁੱਛ ਰਹੇ ਨੇ। ਸੋ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਉਹ ਦੱਸ ਰਹੇ ਹਾਂ ਕਿ ਇੱਕ ਤਾਂ ਜਿਵੇਂ ਦੱਸਿਆ ਕਿ ਮਾਸਕ ਪਹਿਨਣਾ। ਹੁਣ ਮਾਸਕ ਤਾਂ ਵੈਸੇ ਵੀ ਜ਼ਰੂਰੀ ਹੈ। ਜੇ ਤੁਸੀਂ ਬਾਹਰ ਨਿਕਲ ਰਹੇ ਹੋ, ਜੇਕਰ ਤੁਸੀਂ ਮਾਸਕ ਨਹੀਂ ਪਹਿਨਿਆ ਹੋਏਗਾ ਤਾਂ ਤੁਹਾਡਾ 200 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ, ਤੁਹਾਨੂੰ 200 ਰੁਪਇਆ ਜੁਰਮਾਨਾ ਹੋ ਸਕਦਾ ਜੇਕਰ ਤੁਸੀਂ ਬਿਨਾਂ ਮਾਸਕ ਤੋਂ ਬਾਹਰ ਨਿਕਲਦੇ ਹੋ। ਕਿਤੇ ਵੀ ਤੁਸੀਂ ਜਾਂਦੇ ਹੋ, ਮਾਸਕ ਨਹੀਂ ਪਾਉਂਦੇ ਤਾਂ 200 ਰੁਪਇਆ ਮਾਸਕ ਤੋਂ ਬਿਨਾਂ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਨੋਟੀਫਿਕੇਸ਼ਨ ਹੈ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਵੱਲੋਂ, ਇਹ ਪ੍ਰਮੁੱਖ ਰੂਟ ਜਿਹੜੇ ਚਲਾਏ ਗਏ ਨੇ, ਅਤੇ ਸਾਰੀਆਂ ਜਿਹੜੀਆਂ ਇੰਸਟਰਕਸ਼ਨਸ ਨੇ ਉਹ ਮੈਂ ਤੁਹਾਨੂੰ ਦੁਬਾਰਾ ਵੀ ਦੱਸ ਦਿੰਦਾ ਕਿ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਿਹੜਾ ਓਰੀਜਨੇਟਿੰਗ ਪੁਆਇੰਟ ਹੈ ਉਹ ਤਾਂ ਟਰਮੀਨੇਟਿੰਗ ਪੁਆਇੰਟ, ਉਹਦਾ ਮਤਲਬ ਹੈ ਕਿ ਜਿੱਥੋਂ ਸ਼ੁਰੂਆਤ ਹੁੰਦੀ ਹੈ ਅਤੇ ਜਿੱਥੋਂ ਐਂਡ ਹੁੰਦਾ ਹੈ ਉਸ ਰੂਟ ਦੇ ਵਿਚਕਾਰ ਬੱਸ ਨਹੀਂ ਰੁਕੇਗੀ। ਇੱਕ ਥਾਂ ਤੋਂ ਜਿਹੜੀਆਂ ਪੂਰੀਆਂ ਸਵਾਰੀਆਂ ਨੇ 30 ਦੀਆਂ 30 ਸਵਾਰੀਆਂ ਉਹਨਾਂ ਨੂੰ ਬਿਠਾ ਕੇ ਚੱਲਿਆ ਜਾਵੇਗਾ, ਰਸਤੇ ਦੀ ਸਵਾਰੀ ਨਹੀਂ ਲਈ ਜਾਵੇਗੀ। ਬੱਸ ਦੇ ਵਿੱਚ ਬੈਠਣ ਤੋਂ ਪਹਿਲਾਂ ਹੀ ਟਿਕਟ ਕਟਾਉਣੀ ਜ਼ਰੂਰੀ ਹੋਏਗੀ। ਇਹ ਨਹੀਂ ਕਿ ਬੱਸ ਦੇ ਵਿੱਚ ਤੁਸੀਂ ਬੈਠ ਜਾਓ, ਕੰਡਕਟਰ ਜਿਵੇਂ ਆਮ ਹੁੰਦਾ ਸੀਗਾ ਕਿ ਕੰਡਕਟਰ ਰਾਹ ਦੇ ਵਿੱਚ ਟਿਕਟਾਂ ਕੱਟਦਾ, ਉਵੇਂ ਨਹੀਂ ਹੋਵੇਗਾ। ਅਤੇ ਆਪੋ ਆਪਣੀ ਸੀਟ 'ਤੇ ਬੈਠਣਾ ਹੈ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੈ, ਬੱਸ ਨੂੰ ਸੈਨੀਟਾਈਜ਼ ਕਰਨਾ ਜ਼ਰੂਰੀ ਹੋਏਗਾ, ਹੈਂਡ ਸੈਨੀਟਾਈਜ਼ ਕਰਨੇ ਜ਼ਰੂਰੀ ਹੋਣਗੇ, ਮਾਸਕ ਪਹਿਨਣਾ ਜ਼ਰੂਰੀ ਹੋਏਗਾ, ਸੋਸ਼ਲ ਡਿਸਟੈਂਸਿੰਗ ਰੱਖਣੀ ਜ਼ਰੂਰੀ ਹੋਏਗੀ। ਜਿਸ ਥਾਂ ਤੋਂ ਤੁਸੀਂ ਚੜ੍ਹਨਾ ਹੈ ਉਸ ਵੇਲੇ ਵੀ ਅਤੇ ਜਿਸ ਥਾਂ 'ਤੇ ਤੁਸੀਂ ਉਤਰਨਾ ਉਸ ਵੇਲੇ ਵੀ 1 ਮੀਟਰ ਦੀ ਦੂਰੀ ਜਿਹੜੀ ਹੈ ਉਹ ਯਕੀਨੀ ਹੋਣੀ ਚਾਹੀਦੀ ਹੈ। ਅਤੇ ਸਿਰਫ 50% ਸੀਟਾਂ ਤੋਂ ਵੱਧ ਕੋਈ ਵੀ ਬੱਸ ਜਿਹੜੀ ਆ ਉਹ ਸਵਾਰੀ ਨਹੀਂ ਬਿਠਾ ਸਕਦੀ। ਜੇ 50 ਸੀਟਾਂ ਦੀ ਕਪੈਸਿਟੀ ਹੈਗੀ ਹੈ ਬੱਸ ਦੀ ਤਾਂ 25 ਸਵਾਰੀਆਂ ਹੀ ਬਿਠਾਈਆਂ ਜਾ ਸਕਦੀਆਂ ਨੇ। ਸੋ ਇਹ ਜਿਹੜੇ ਰੂਲ ਰੈਗੂਲੇਸ਼ਨ ਨੇ ਫੋਲੋ ਕਰਨੇ ਹੋਣਗੇ। ਇਹ ਤੁਹਾਡੇ ਲਈ ਵੀ ਜ਼ਰੂਰੀ ਹੈ ਕਿਉਂਕਿ ਕਰੋਨਾ ਵਾਇਰਸ ਤੋਂ ਬਚਣ ਦਾ ਇੱਕੋ ਇੱਕ ਰਾਹ ਹੈਗਾ, ਇੱਕ ਤਾਂ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ ਅਤੇ ਇੱਕ ਮਾਸਕ ਪਾਉਣਾ ਜ਼ਰੂਰੀ ਹੈ। ਜੇ ਤੁਸੀਂ ਕਿਸੇ ਵੀ ਪਬਲਿਕ ਪਲੇਸ 'ਤੇ ਹੋ ਜਾਂ ਤੁਸੀਂ ਆਲੇ ਦੁਆਲੇ ਹੋ, ਕਿਸੇ ਦੇ ਸੰਪਰਕ ਦੇ ਵਿੱਚ ਹੋ, ਤਾਂ ਤੁਹਾਨੂੰ ਮਾਸਕ ਪਹਿਨਣਾ ਜ਼ਰੂਰੀ ਹੈਗਾ ਹੈ। ਸੋ ਇਹ ਜਿਹੜੇ ਰੂਟ ਨੇ ਇਹ ਪ੍ਰਮੁੱਖ ਹਾਲੇ ਚਲਾਏ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇਖਦੇ ਆ ਕਿ ਕੀ ਕੁਝ ਕਰਦੀ ਹੈਗੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ। ਸੋ ਪੁਆਇੰਟ ਟੂ ਪੁਆਇੰਟ ਬੱਸ ਸਰਵਿਸ ਜਿਹੜੀ ਆ ਉਹ ਸ਼ੁਰੂਆਤ ਦੇ ਵਿੱਚ ਚਲਾਈ ਜਾਵੇਗੀ। ਇਹ ਜਿਹੜੇ 9 ਡਿਪੂ ਨੇ ਉੱਥੇ ਤੋਂ ਇਹ ਬੱਸ ਸਰਵਿਸ
ਚਲਾਈ ਜਾਣੀ ਹੈ ਤੇ ਸਾਰੇ ਜਿਹੜੇ PRTC ਦੇ ਡਰਾਈਵਰ ਕੰਡਕਟਰ ਜਾਂ ਹੋਰ ਜਿਹੜਾ ਅਮਲਾ ਫੈਲਾ ਹੈ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜਿਹੜੇ PRTC ਦੇ ਡਾਇਰੈਕਟਰ ਨੇ ਉਹਨਾਂ ਦੇ ਵੱਲੋਂ ਵੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਉਹ ਵੱਖ-ਵੱਖ ਦਫ਼ਤਰਾਂ ਨੂੰ ਭੇਜ ਦਿੱਤਾ ਗਿਆ ਹੈ। ਸੋ ਕਮੈਂਟਸ 'ਤੇ ਲੋਕ ਪੁੱਛ ਰਹੇ ਨੇ ਕਿ ਸਰਹੰਦ ਤੋਂ ਅੰਮ੍ਰਿਤਸਰ ਜਾਇਆ ਜਾ ਸਕਦਾ। ਸਰਹੰਦ ਤੋਂ ਅੰਮ੍ਰਿਤਸਰ ਹਾਲੇ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਰੂਟ ਦੇ ਵਿੱਚ ਨਹੀਂ ਆਈ ਹੈਗੀ। ਹਾਲੇ ਜਿਹੜੇ ਨੇ ਇਹ ਮੇਨ ਜਿਹੜੇ ਪ੍ਰਮੁੱਖ ਰੂਟ ਨੇ, ਜਿਸ ਤਰ੍ਹਾਂ ਪਟਿਆਲਾ ਤੋਂ ਅੰਮ੍ਰਿਤਸਰ ਤਾਂ ਜਾਇਆ ਜਾ ਸਕਦਾ ਜਾਂ ਲੁਧਿਆਣਾ ਤੋਂ ਅੰਮ੍ਰਿਤਸਰ ਤਾਂ ਜਾਇਆ ਜਾ ਸਕਦਾ, ਕਿਉਂਕਿ ਸਰਹੰਦ ਕੋਈ ਵੱਡਾ ਜਿਹੜਾ ਬੱਸ ਸਟੈਂਡ ਨਹੀਂ ਹੈਗਾ। ਜਿਸ ਥਾਂ ਤੇ ਪ੍ਰਮੁੱਖ ਜਿਹਨੂੰ ਆਪਾਂ ISBT ਕਹਿੰਦੇ ਆ, ਜਿਹੜੇ ਅੰਤਰਰਾਜੀ ਬੱਸ ਸਟੈਂਡ ਹੁੰਦੇ ਨੇ, ਜਿਹੜੇ ਪ੍ਰਮੁੱਖ ਡਿਪੂ ਨੇ, ਜਿਵੇਂ ਕਪੂਰਥਲਾ ਡਿਪੂ ਹੈ, ਲੁਧਿਆਣਾ ਡਿਪੂ ਹੈ, ਬੁਢਲਾਡਾ ਡਿਪੂ ਹੈ, ਫਰੀਦਕੋਟ ਡਿਪੂ ਹੈ, ਬਠਿੰਡਾ ਡਿਪੂ ਹੈ, ਬਰਨਾਲਾ ਡਿਪੂ ਹੈ, ਸੰਗਰੂਰ ਹੈ, ਚੰਡੀਗੜ੍ਹ ਹੈ ਤੇ ਪਟਿਆਲਾ। ਇਹ ਜਿਹੜੇ 9 ਡਿਪੂ ਨੇ ਪੰਜਾਬ ਦੇ ਵਿੱਚ, ਇਹਨਾਂ ਥਾਵਾਂ ਤੋਂ ਬੱਸਾਂ ਚੱਲਣੀਆਂ ਨੇ। ਹਾਲੇ ਰਸਤਿਆਂ ਦੇ ਵਿੱਚੋਂ ਹਾਲਾਂਕਿ ਫਗਵਾੜਾ ਤੋਂ ਨਕੋਦਰ ਤੱਕ ਬੱਸ ਜ਼ਰੂਰ ਜਾਣੀ ਹੈ ਜਾਂ ਮਲੇਰਕੋਟਲਾ ਤੋਂ ਪਟਿਆਲਾ ਤੱਕ ਬੱਸ ਜ਼ਰੂਰ ਜਾਣੀ ਹੈ। ਇਹ ਜਿਹੜੇ ਰੂਟ ਨੇ ਇਹ ਸ਼ੁਰੂਆਤ ਦੇ ਵਿੱਚ ਚਲਾਏ ਗਏ ਨੇ, ਜਿਹੜੇ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ ਸਾਡੇ ਕੋਲੇ ਜਾਣਕਾਰੀ ਆਈ ਆ ਹੁਣ ਤੱਕ ਉਹਦੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਜਿਵੇਂ ਸੰਗਰੂਰ ਤੋਂ ਵੱਖ-ਵੱਖ ਰੂਟ ਨੇ, ਜਿਵੇਂ ਸੰਗਰੂਰ ਤੋਂ ਲਹਿਰੇ ਦਾ ਹੈ, ਸੰਗਰੂਰ ਤੋਂ ਸੁਨਾਮ ਦਾ ਹੈ, ਸੰਗਰੂਰ ਤੋਂ ਪਾਤੜਾਂ ਦਾ, ਇਹ ਸਾਰੇ ਰੂਟ ਚੱਲਣੇ ਨੇ। ਜੇ ਚੰਡੀਗੜ੍ਹ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਚੰਡੀਗੜ੍ਹ ਤੋਂ ਪਟਿਆਲੇ ਦਾ ਰੂਟ ਸ਼ੁਰੂ ਹੋ ਗਿਆ, ਚੰਡੀਗੜ੍ਹ ਤੋਂ ਸੰਗਰੂਰ ਦਾ ਹੋ ਗਿਆ, ਚੰਡੀਗੜ੍ਹ ਤੇ ਬਠਿੰਡਾ ਦੇ ਵਿਚਾਲੇ ਬੱਸ ਸਰਵਿਸ ਚੱਲੇਗੀ, ਚੰਡੀਗੜ੍ਹ ਤੋਂ ਲੁਧਿਆਣਾ ਵਿਚਾਲੇ ਚੱਲੇਗੀ, ਚੰਡੀਗੜ੍ਹ ਤੋਂ ਰੋਪੜ ਦੀ ਵੀ ਚੱਲੇਗੀ, ਚੰਡੀਗੜ੍ਹ ਤੋਂ ਰਾਜਪੁਰਾ ਦੀ ਵੀ ਚੱਲੇਗੀ। ਇਹ ਜਿਹੜੇ 6 ਬੱਸ ਸਰਵਿਸ ਚੰਡੀਗੜ੍ਹ ਤੋਂ ਜਿਹੜੀਆਂ ਇਹ ਸ਼ੁਰੂ ਹੋਣਗੀਆਂ। ਜਿਹੜੀ ਗੱਲ ਸਰਹੰਦ ਦੇ ਵਾਲੇ ਦੋਸਤ ਪੁੱਛ ਰਹੇ ਸਨ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਖੰਨਾ ਤੋਂ ਕੁਝ ਬੱਸਾਂ ਚੱਲ ਰਹੀਆਂ ਨੇ। ਖੰਨਾ ਤੋਂ ਪਟਿਆਲਾ ਨੂੰ ਬਾਇਆ ਭਾਦਸੋਂ ਤੇ ਅਮਲੋਹ ਚੱਲਣਗੀਆਂ, ਜਾਂ ਜਿਹੜੀਆਂ ਪਟਿਆਲਾ ਤੋਂ ਵੱਖ-ਵੱਖ ਥਾਵਾਂ ਤੇ ਨਾਭਾ ਤੋਂ ਮਲੇਰਕੋਟਲਾ ਨੂੰ ਚੱਲੇਗੀ, ਪਟਿਆਲਾ ਤੋਂ ਨਾਭਾ ਨੂੰ ਚੱਲੇਗੀ। ਸੋ ਇਸ ਤਰੀਕੇ ਦੇ ਨਾਲ ਹਾਲੇ ਬੱਸ ਸਰਵਿਸ ਸ਼ੁਰੂਆਤ ਦੇ ਵਿੱਚ ਸ਼ੁਰੂ ਕੀਤੀ ਗਈ ਹੈਗੀ ਹੈ, ਪਰ ਹਾਲੇ ਜਿਹੜੀਆਂ ਬੱਸਾਂ ਨੇ ਇਹ ਕਿਉਂਕਿ ਸਾਰੀਆਂ ਬੱਸਾਂ ਜਿਹੜੀਆਂ ਨੇ ਹਾਲੇ ਉਸ ਤਰੀਕੇ ਦੇ ਨਾਲ ਨਹੀਂ ਚਲਾਈਆਂ ਜਾਣੀਆਂ ਕਿ ਇੰਨੀ ਭੀੜ ਹੋ ਜਾਵੇ। ਹਾਲੇ ਸਵਾਰੀ ਵੀ ਘੱਟ ਹੈਗੀ ਹੈ। ਹੇਠਾਂ ਲੋਕ ਇਹ ਵੀ ਪੁੱਛ ਰਹੇ ਨੇ ਕਿ ਪਟਿਆਲਾ ਤੋਂ ਮਨਾਲੀ ਲਈ ਬੱਸ ਚੱਲੇਗੀ। ਹਾਲੇ ਮਨਾਲੀ ਲਈ ਬੱਸ ਨਹੀਂ ਚੱਲੇਗੀ, ਕਿਉਂਕਿ ਮਨਾਲੀ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ, ਹਿਮਾਚਲ ਦੇ ਵਿੱਚ ਹੈ। ਹਾਲੇ ਸਿਰਫ ਇੰਟਰਸਟੇਟ ਜਿਹੜੀ ਅੰਦਰ ਬੱਸਾਂ ਚੱਲਣੀਆਂ ਨੇ ਸ਼ੁਰੂਆਤ ਦੇ ਵਿੱਚ। ਮੋਗਾ ਤੋਂ ਬਠਿੰਡਾ ਤੁਸੀਂ ਜਾ ਸਕਦੇ ਹੋ, ਬੱਸ ਚੱਲਣੀ ਹੈ। ਪਟਿਆਲਾ ਤੋਂ ਲੁਧਿਆਣਾ ਨੂੰ ਵੀ ਚੱਲਣੀ ਹੈ ਤੇ ਇਹ ਸਵਾਰੀਆਂ ਰਸਤੇ 'ਚੋਂ ਨਹੀਂ ਚੜ੍ਹਾ ਸਕਦੇ, ਪਰ ਸਵਾਰੀ ਉਤਾਰ ਤਾਂ ਸਕਦੇ ਹਾਂ। ਇਹ ਸਵਾਲ ਪੁੱਛਿਆ ਗਿਆ ਹੈ। ਇਹ ਸਵਾਲ ਬਾਰੇ ਹਾਲੇ PRTC ਵਾਲੇ ਕਲੀਅਰ ਕਰ ਸਕਦੇ ਨੇ। ਵੈਸੇ ਉਤਾਰ ਸਕਦੇ ਹੋਣਗੇ, ਇਹ ਜ਼ਰੂਰ ਠੀਕ ਹੈ ਤੁਹਾਡੀ ਗੱਲ ਕਿ ਉਤਾਰ ਸਕਦੇ ਆ, ਪਰ ਚੜ੍ਹਾ ਨਹੀਂ ਸਕਦੇ, ਕਿਉਂਕਿ ਸਾਡੇ ਕੋਲੇ ਜਿਹੜਾ ਨੋਟੀਫਿਕੇਸ਼ਨ ਆਇਆ ਉਹਦੇ ਵਿੱਚ ਇਹ ਆ ਕਿ ਰਸਤੇ ਦੀ ਸਵਾਰੀ ਨਹੀਂ ਲੈਣੀ ਹੈਗੀ, ਜਾਂ ਰਸਤੇ ਦੇ ਵਿੱਚ ਬੱਸ ਰੋਕਣੀ ਆ ਜਾਂ ਨਹੀਂ ਰੋਕਣੀ, ਇਹਦੇ ਬਾਰੇ ਵੀ ਦੱਸਿਆ ਨਹੀਂ ਗਿਆ। ਜੇ ਉਤਾਰ ਸਕਦੇ ਹੋਣ ਤਾਂ ਚੰਗੀ ਗੱਲ ਹੈਗੀ ਹੈ ਕਿ ਰਸਤੇ ਦੇ ਵਿੱਚ ਸਵਾਰੀ ਉਤਾਰ ਸਕਦੇ ਨੇ। ਸੋ ਫਲਾਈਟਸ ਬਾਰੇ ਪੁੱਛਿਆ ਜਾ ਰਿਹਾ। ਫਲਾਈਟਸ ਹਾਲੇ ਸ਼ੁਰੂ ਨਹੀਂ ਹੋਈਆਂ ਹੈਗੀਆਂ। ਜਿਵੇਂ ਕੋਈ ਜਾਣਕਾਰੀ ਮਿਲੂਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਾਡੇ ਪੇਜ 'ਤੇ ਅਸੀਂ ਅਲੱਗ ਤੌਰ 'ਤੇ ਵੀ ਪਾਵਾਂਗੇ ਕਿ ਕਿਹੜੇ ਰੂਟ 'ਤੇ ਬੱਸਾਂ ਜਿਹੜੀਆਂ ਨੇ ਉਹ ਜਾ ਸਕਦੀਆਂ ਨੇ। ਅਤੇ ਇਹ ਪ੍ਰੋਪਰ ਜਾਣਕਾਰੀ ਜਿਹੜੀ ਹੈ ਮੈਂ ਤੁਹਾਨੂੰ ਉਹ ਦੇ ਰਿਹਾ ਕਿ ਪੰਜਾਬ ਦੇ ਵਿੱਚ ਬੱਸਾਂ ਚੱਲਣੀਆਂ ਨੇ। ਪੁਆਇੰਟ ਟੂ ਪੁਆਇੰਟ ਬੱਸ ਸਰਵਿਸ ਹੈ। ਰਸਤੇ ਦੀ ਸਵਾਰੀ ਨਹੀਂ ਚੜਾਉਣੀ ਹੈਗੀ, ਸਿਰਫ 50% ਆਕੂਪੈਂਸੀ ਨਾਲ ਬੱਸ ਚਲਾਉਣੀ ਹੈ। ਮਾਸਕ ਪਹਿਨਣਾ ਜ਼ਰੂਰੀ ਹੈ। ਇਹ ਜਿਹੜੇ ਰੂਟ ਨੇ ਇਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਇਹ ਜਿਹੜੇ ਪ੍ਰਮੁੱਖ ਰੂਟ ਨੇ ਜਿਹੜੇ ਪੰਜਾਬ ਦੇ ਵਿੱਚ। ਪਟਿਆਲਾ ਤੋਂ ਲੁਧਿਆਣਾ ਨੂੰ ਪੁੱਛ ਰਹੇ ਹਾਂ, ਬਿਲਕੁਲ ਪਟਿਆਲਾ ਤੋਂ ਲੁਧਿਆਣਾ ਨੂੰ ਬੱਸ ਸਰਵਿਸ ਚੱਲੂਗੀ। ਇਹ ਤੁਹਾਨੂੰ ਮੈਂ ਦੱਸ ਵੀ ਰਿਹਾ। ਅਤੇ ਖੰਨਾ ਤੋਂ ਲੁਧਿਆਣਾ ਜਿਹੜੀ ਬੱਸ ਸਰਵਿਸ ਹੈ, ਦੇਖੋ ਖੰਨੇ ਬੱਸ ਸਰਵਿਸ, ਖੰਨੇ ਤੋਂ ਬੱਸ ਨਹੀਂ ਰੁਕਣੀ ਹੈਗੀ। ਜੇ ਪਟਿਆਲਾ ਤੋਂ ਲੁਧਿਆਣਾ ਨੂੰ ਤੁਸੀਂ ਆਉਣਾ ਤਾਂ ਤੁਸੀਂ ਆ ਸਕਦੇ ਹੋ, ਪਰ ਖੰਨੇ ਦਾ ਬੱਸ ਦਾ ਹਾਲੇ ਕਲੀਅਰ ਨਹੀਂ। ਰੋਪੜ ਤੋਂ ਇਹ ਸਾਰੀਆਂ ਰੂਟਸ ਜਿਹੜੇ ਨੇ ਉਹ ਚੱਲ ਰਹੇ ਨੇ। ਰੋਪੜ ਤੋਂ ਚੰਡੀਗੜ੍ਹ ਦਾ ਪੁੱਛ ਰਹੇ ਨੇ, ਰੋਪੜ ਤੋਂ ਅੰਮ੍ਰਿਤਸਰ ਦਾ ਪੁੱਛ ਰਹੇ ਨੇ, ਜਲੰਧਰ ਤੋਂ ਲੁਧਿਆਣਾ ਵੀ ਜਾਇਆ ਜਾ ਸਕਦਾ ਹੈ। ਪਠਾਨਕੋਟ ਤੋਂ ਜੰਮੂ ਪੁੱਛਿਆ ਜਾ ਰਿਹਾ। ਪਠਾਨਕੋਟ ਤੋਂ ਜੰਮੂ ਜਿਵੇਂ ਦੂਸਰੀ ਸਟੇਟ ਦੇ ਵਿੱਚ ਹਾਲੇ ਨਹੀਂ ਜਾਇਆ ਜਾ ਸਕਦਾ ਹੈਗਾ। ਲੁਧਿਆਣਾ ਤੋਂ ਬਠਿੰਡਾ ਬਿਲਕੁਲ ਚੱਲੇਗੀ। ਅਕਸ਼ੇ ਗੁਪਤਾ ਪੁੱਛ ਰਹੇ ਨੇ, ਲੁਧਿਆਣਾ ਤੋਂ ਬਠਿੰਡਾ ਦਾ ਬੱਸ ਸਰਵਿਸ ਸ਼ੁਰੂ ਹੋ ਗਈ ਹੈ। ਸੰਗਰੂਰ ਤੋਂ ਗੰਗਾਨਗਰ ਦੀ ਵੀ ਹਾਲੇ ਨਹੀਂ ਚੱਲਣੀ, ਇਹ ਵੀ ਪੁੱਛਿਆ ਜਾ ਰਿਹਾ ਹੈ। ਮੋਗਾ ਤੋਂ ਲੁਧਿਆਣਾ ਉਦੇ ਮਹਿਰਾ ਪੁੱਛ ਰਹੇ ਨੇ, ਹਾਂ ਮੋਗਾ ਤੋਂ ਲੁਧਿਆਣਾ ਹਾਲੇ ਸ਼ੁਰੂ ਹੋਵੇਗੀ, ਇਹ ਚੱਲ ਸਕਦੀ ਹੈ। ਸੋ ਜਿਹੜੀਆਂ ਹਾਲੇ ਇੰਟੀਰੀਅਰ ਦੇ ਵਿੱਚ ਬੱਸਾਂ ਨੇ ਉਹਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਨਹੀਂ ਹੋਈ ਹੈਗੀ। ਪ੍ਰਮੁੱਖ ਸ਼ਹਿਰਾਂ ਤੋਂ ਬੱਸਾਂ ਜਿਹੜੀਆਂ ਨੇ, ਚੰਡੀਗੜ੍ਹ ਤੋਂ ਅੰਮ੍ਰਿਤਸਰ ਜਸਵਿੰਦਰ ਸਿੰਘ ਮਰਵਾਹਾ ਪੁੱਛ ਰਹੇ ਨੇ, ਬਿਲਕੁਲ ਮਰਵਾਹਾ ਸਾਹਿਬ, ਚੰਡੀਗੜ੍ਹ ਤੋਂ ਅੰਮ੍ਰਿਤਸਰ ਦਾ ਰੂਟ ਜਿਹੜਾ ਉਹ ਸ਼ੁਰੂ ਹੋ ਗਿਆ। ਸੋ ਪ੍ਰਮੁੱਖ ਰੂਟ ਜਿਹੜੇ ਨੇ, ਜਿਹੜੀ ਟਾਈਮਿੰਗ ਪੁੱਛੀ ਜਾ ਰਹੀ ਹੈ ਕਿ ਟਾਈਮਿੰਗ ਕੀ ਹੈ, ਇਹ ਟਾਈਮਿੰਗ ਮੈਂ ਫਿਰ ਕਲੀਅਰ ਕਰ ਦੇਣਾ ਚਾਹੁੰਦਾ ਕਿ ਟਾਈਮਿੰਗ ਹਾਲੇ ਕਲੀਅਰ ਨਹੀਂ। ਜਦੋਂ ਇੱਕ ਬੱਸ ਜਿਹੜੀ ਹੈ ਜਦੋਂ ਬੱਸ ਸਟੈਂਡ 'ਤੇ ਲੱਗ ਗਈ, ਜਦੋਂ ਉਹਦੇ ਵਿੱਚ 30 ਸਵਾਰੀਆਂ ਪੂਰੀ ਹੋ ਗਈਆਂ, ਉਦੋਂ ਹੀ ਬੱਸ ਨੇ ਤੁਰਨਾ ਹੈ।
ਮਤਲਬ ਪਹਿਲਾਂ ਤਾਂ ਬੱਸ ਸਵਾਰੀਆਂ ਚਾਹੇ ਹੋਣ ਨਾ ਹੋਣ ਜਾਂ ਬੱਸ ਭਰ ਜਾਵੇ ਜਾਂ ਖਾਲੀ ਰਹਿ ਜਾਵੇ ਤਾਂ ਬੱਸ ਡਰਾਈਵਰ ਕੰਡਕਟਰ ਟਾਈਮ ਦੇ ਮੁਤਾਬਕ ਜੇ 10 ਵਜੇ ਦਾ ਟਾਈਮ ਹੈ ਤਾਂ ਬੱਸ ਤੋਰ ਲੈਂਦੇ ਸੀਗੇ। ਹੁਣ ਅਜਿਹਾ ਨਹੀਂ ਹੈਗਾ। ਸੋ ਨੰਗਲ ਤੋਂ ਪੁੱਛ ਰਹੇ ਨੇ, ਸਰਹੰਦ ਤੋਂ ਮੋਹਾਲੀ ਪੁੱਛ ਰਹੇ ਨੇ। ਇਹ ਬ੍ਰਦਰ ਹਾਲੇ ਜਿਹੜਾ ਸਰਹੰਦ ਬੱਸ ਸਟੈਂਡ ਦੇ ਵਿੱਚ ਬੱਸ ਨਹੀਂ ਰੁਕੇਗੀ, ਜੋ ਸਰਕਾਰ ਦੀਆਂ ਹਦਾਇਤਾਂ ਨੇ। ਅੰਮ੍ਰਿਤਸਰ ਤੋਂ ਪਟਿਆਲਾ ਰੂਟ ਚੱਲ ਪਿਆ ਤੇ ਮੋਗੇ ਤੋਂ ਅੰਮ੍ਰਿਤਸਰ ਵਾਲੇ ਵੀ ਚੱਲ ਪਏ ਨੇ। ਇਹ ਲੋਕ ਹੇਠਾਂ ਕਮੈਂਟ ਕਰਕੇ ਪੁੱਛ ਰਹੇ ਨੇ, ਕਿਉਂਕਿ ਜਾਣਕਾਰੀ ਜ਼ਰੂਰੀ ਹੈ ਤੁਹਾਡੇ ਤੱਕ ਪਹੁੰਚਾਉਣੀ ਵੀ, ਕਿਉਂਕਿ ਲੋਕ ਲੋਕਡਾਊਨ ਦੇ ਵਿੱਚ ਫਸੇ ਹੋਏ ਨੇ। ਸਾਰੇ ਲੋਕਾਂ ਕੋਲੇ ਗੱਡੀਆਂ ਨਹੀਂ, ਸਾਰੇ ਲੋਕਾਂ ਕੋਲੇ ਕਾਰਾਂ ਨਹੀਂ ਹੈਗੀਆਂ। ਉਹਨਾਂ ਨੂੰ ਜਾਂ ਆਪੋ ਆਪਣੇ ਜਿਹੜੇ ਕਿਤੇ ਜਾਣਾ ਹੈ, ਕਿਸੇ ਨੇ ਕੋਈ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੋਈ ਕੰਮਕਾਰ ਹੁੰਦੇ ਨੇ, ਕੋਈ ਜਿਸ ਤਰੀਕੇ ਦੇ ਨਾਲ ਜਾਂ ਕੋਈ ਸਰਵਿਸ ਕਰਦਾ, ਕੋਈ ਪ੍ਰਾਈਵੇਟ ਜੋਬ ਕਰਦਾ ਜਾਂ ਕੋਈ ਸਰਕਾਰੀ ਨੌਕਰੀ 'ਤੇ ਜਾਂਦਾ, ਤਾਂ ਉਹ ਲੋਕ ਜਿਹੜੇ ਨੇ ਉਹ ਜੇ ਬੱਸ ਸਰਵਿਸ ਦੀ ਉਡੀਕ ਕਰ ਰਹੇ ਸੀਗੇ ਕਿ ਬੱਸ ਸਰਵਿਸ ਕਦੋਂ ਚੱਲੂਗੀ, ਕਦੋਂ ਅਸੀਂ ਬੱਸ ਦੇ ਵਿੱਚ ਜਾ ਸਕਾਂਗੇ। ਸੋ ਇਹ ਜਿਹੜੇ ਸਵਾਲ ਸੀਗੇ ਉਹਦੇ ਜਵਾਬ ਦੇਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਬਾਏ ਕਾਰ ਜਾ ਸਕਦੇ ਆ ਪਟਿਆਲੇ, ਬਿਲਕੁਲ ਤੁਸੀਂ ਆਪਣੇ ਸਾਧਨ ਰਾਹੀਂ ਹੁਣ 2 ਵੀਲਰ ਅਤੇ 4 ਵੀਲਰ 'ਤੇ ਜਾ ਸਕਦੇ ਹੋ। ਪੰਜਾਬ ਦੇ ਵਿੱਚ ਕਿਤੇ ਵੀ ਜਾ ਸਕਦੇ ਹੋ, ਪਰ 7 ਤੋਂ 7 ਜਾ ਸਕਦੇ ਹੋ, ਕਿਉਂਕਿ ਨਾਈਟ ਦਾ ਜਿਹੜਾ ਉਹ ਕਰਫਿਊ ਵਾਂਗ ਹੀ ਆ। ਹਾਲੇ 7 ਤੋਂ ਬਾਅਦ ਤੁਸੀਂ ਸਫ਼ਰ ਨਹੀਂ ਕਰ ਸਕਦੇ ਹੈਗੇ ਪੰਜਾਬ ਦੇ ਵਿੱਚ। ਇਹ ਜਿਹੜੀਆਂ ਜ਼ਰੂਰੀ ਜਾਣਕਾਰੀਆਂ ਨੇ ਇਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਤੁਸੀਂ ਸਾਡੇ ਡੇਲੀ ਪੋਸਟ ਪੰਜਾਬੀ ਦੇ ਪੇਜ 'ਤੇ ਵੀ ਦੇਖ ਸਕਦੇ ਹੋ, ਪ੍ਰੋਪਰ ਤਰੀਕੇ ਨਾਲ ਉਹ ਵੀ ਤੁਸੀਂ ਉੱਥੇ ਵਾਚ ਕਰ ਸਕਦੇ ਹੋ। ਅਤੇ ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਤਮਾਮ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ